Hello students, I'm Poonam and welcome to YouTube channel PMG class with another topic that is for class 12th. The lesson Bholi, written by K.A. Abbas. In this video we do all objective type long and short notes. Okay, so let's start our topic. So let's start our question answer objective type. Okay. First question is who is the writer of the lesson Bholi? भोली जो अपना लेसन है उसका राइटर कौन है? K.A. Abbas. Second, Bishambar was a heartless person. True or false? Bishambar एक heartless person सी. ਆਪਾਂ ਦੱਸਣਾ ट्रू है स्टेटमेंट या फॉल्स ਤਾਂ ਕੀ है ट्रू स्टेटमेंट. ओके. How much money did Bishambar demand as dowry from Bholi's father? ਕਿੰਨੇ ਰੁਪਏ ਬਿਸ਼ੰਬਰ ਨੇ ਭੋਲੀ ਦੇ ਪਿਤਾ ਤੋਂ ਦਹੇਜ ਦੇ ਰੂਪ ਵਿੱਚ ਮੰਗੇ ਸੀ? ਕਿੰਨੇ ਮੰਗੇ ਸੀਗੇ? 5000 rupees. ਓਕੇ. ਫੋਰਥ ਕੁਐਸਚਨ ਹੈਗਾ ਰਾਈਟ ਹਾਊ ਭੋਲੀ ਯੂਜ਼ਡ 3 pauses in telling her name. ਕਿਸ ਤਰ੍ਹਾਂ ਭੋਲੀ ਆਪਣਾ ਨਾਮ ਦੱਸਣ ਦੇ ਵਿੱਚ 3 ਪਾਜ਼ ਯੂਜ਼ ਕਰਦੀ ਸੀਗੀ? ਕਿਹੜੇ ਸੀਗੇ ਉਹ 3 ਪਾਜ਼? ਭੋ 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 ਭੋਲੀ. ਇਹਨਾਂ 3 ਪਾਜ਼ਸ ਦੇ ਵਿੱਚ ਆਪਣਾ ਨਾਮ ਉਹ ਦੱਸਦੀ ਸੀ. ਠੀਕ ਹੈ. ਸੈਕਿੰਡ ਹੈਗਾ ਭੋਲੀ ਹੈਜ਼ ਨਾਈਦਰ ਬਿਊਟੀ ਨੋਰ ਇੰਟੈਲੀਜੈਂਸ. ਟਰੂ ਔਰ ਫਾਲਸ? ਦਿਸ ਇਜ਼ ਟਰੂ. ਓਕੇ. ਨਾ ਤਾਂ ਉਹ ਸੋਹਣੀ ਸੀਗੀ ਤੇ ਨਾ ਹੀ ਇੰਟੈਲੀਜੈਂਟ ਸੀ. ਓਕੇ. ਨੈਕਸਟ ਹੈਗਾ 6th ਪਿਕ ਅਪ ਦ ਕਰੈਕਟ ਵਰਡ ਫਾਰ ਭੋਲੀਜ਼ ਟਰਬਲ ਇਨ ਸਪੀਕਿੰਗ. ਜਦੋਂ ਉਹ ਬੋਲਦੀ ਸੀਗੀ ਉਹਨੂੰ ਜਿਹੜਾ ਪ੍ਰੋਬਲਮ ਸੀਗੀ ਬੋਲਣ ਦੇ ਵਿੱਚ ਉਹ ਕਿਹੜੇ ਉਹਦੇ ਲਈ ਆਪਾਂ ਸਹੀ ਵਰਡ ਚੂਜ਼ ਕਰਨਾ ਕਿ ਉਹਨੂੰ ਆਪਾਂ ਕੀ ਕਹਿ ਸਕਦੇ ਹਾਂਗੇ. ਠੀਕ ਹੈ. ਸਟਟਰਿੰਗ ਕਹਿ ਸਕਦੇ ਹਾਂ, ਲਿਪਸਿੰਗ ਕਹਿ ਸਕਦੇ ਹਾਂ ਜਾਂ ਸਟੈਮਰਿੰਗ. ਉਹਨੂੰ ਕੀ ਕਵਾਂਗੇ ਆਪਾਂ? ਸਟੈਮਰਿੰਗ. ਠੀਕ ਹੈ. ਸਟੈਮਰ ਕਰਦੀ ਸੀ ਮਤਲਬ ਹਕਲਾ ਕੇ ਬੋਲਦੀ ਸੀ. ਠੀਕ ਹੈ. 7th ਕੁਐਸਚਨ ਹੈਗਾ ਬਿਸ਼ੰਬਰ ਵਾਜ਼ ਏ ਡੈਸ਼ ਬਾਈ ਪ੍ਰੋਫੈਸ਼ਨ. ਬਿਸ਼ੰਬਰ ਸੀਗਾ ਜਿਹੜਾ ਉਹ ਪ੍ਰੋਫੈਸ਼ਨ ਤੋਂ ਕੀ ਸੀ? ਗ੍ਰੋਸਰ ਸੀ. ਠੀਕ ਹੈ. ਕੌਣ ਸੀਗਾ? ਇੱਕ ਗ੍ਰੋਸਰ. ਅੱਛਾ. ਬਿਸ਼ੰਬਰ 7th ਕੁਐਸਚਨ ਦੇ ਵਿੱਚ ਬਿਸ਼ੰਬਰ ਦੀ ਸਪੈਲਿੰਗ ਥੋੜੀ ਮਿਸਟੇਕ ਹੈ ਬੱਚਿਓ. ਇੱਥੇ BISHAM ਆਏਗਾ. ਠੀਕ ਹੈ. MER was a grocer by profession. Next question ਹੈਗਾ ਭੋਲੀ's teacher felt the satisfaction of dash. ਭੋਲੀ ਦੇ ਟੀਚਰ ਨੇ ਕਿਸ ਚੀਜ਼ ਦੀ ਵੀ ਸੈਟੀਸਫੈਕਸ਼ਨ ਸੀ ਜਿਹੜੀ ਉਹ ਪ੍ਰਾਪਤ ਕੀਤੀ? ਐਨ ਆਰਟਿਸਟ ਦੇ ਰੂਪ ਵਿੱਚ. ਠੀਕ ਹੈ. 9th ਹੈਗਾ ਹੂ. ਨੈਕਸਟ ਕੁਐਸਚਨ ਹੈਗਾ ਹੂ ਇਜ਼ ਭੋਲੀ's father. ਭੋਲੀ ਦੇ ਪਿਤਾ ਦਾ ਨਾਮ ਕੀ ਸੀ? ਰਾਮ ਲਾਲ. ਕਲੀਅਰ. ਨੈਕਸਟ ਹੈਗਾ 10th ਕੁਐਸਚਨ ਭੋਲੀ ਹੈਡ ਡੈਸ਼ ਮਾਰਕਸ ਔਨ ਹਰ ਫੇਸ. ਭੋਲੀ ਦੇ ਫੇਸ ਤੇ ਕਿਸ ਚੀਜ਼ ਦੇ ਮਾਰਕਸ ਸੀਗੇ? ਕਾਦੇ ਸੀਗੇ? ਸਮਾਲ ਪੌਕਸ ਦੇ. ਨੈਕਸਟ ਹੈਗਾ ਦਾ ਰੀਅਲ ਨੇਮ ਆਫ ਭੋਲੀ ਵਾਜ਼ ਡੈਸ਼. ਭੋਲੀ ਦਾ ਰੀਅਲ ਨੇਮ ਕੀ ਸੀਗਾ? ਸੁਲੇਖਾ. ਵਟ ਇਜ਼ ਦਾ ਨੈਕਸਟ ਕੁਐਸਚਨ ਇਜ਼ ਵਟ ਇਜ਼ ਦਾ ਨੇਮ ਆਫ ਭੋਲੀਜ਼ ਕਾਓ. ਭੋਲੀ ਦੀ ਗਾਂ ਦਾ ਕੀ ਨਾਮ ਸੀ? ਕੀ ਨਾਮ ਸੀ ਬੱਚਿਓ? ਲਕਸ਼ਮੀ. ਨੈਕਸਟ ਹੈਗਾ ਰਾਮ ਲਾਲ ਐਂਡ ਹਿਜ਼ ਵਾਈਫ ਸੈਟਲਡ ਦਾ ਮੈਰਿਜ ਆਫ ਭੋਲੀ ਵਿਦ ਡੈਸ਼. ਰਾਮ ਲਾਲ ਅਤੇ ਉਸਦੀ ਪਤਨੀ ਨੇ ਭੋਲੀ ਦੇ ਵਿਆਹ ਦਾ ਜਿਹੜਾ ਸੈਟਲਮੈਂਟ ਸੀ ਉਹ ਕਿਹਦੇ ਨਾਲ ਕੀਤਾ ਸੀਗਾ? ਕਿਹਦੇ ਨਾਲ ਕੀਤਾ ਸੀ? ਬਿਸ਼ੰਬਰ ਦੇ ਨਾਲ. ਨੈਕਸਟ ਹੈਗਾ ਹੂ ਰਿਫਿਊਜ਼ਡ ਟੂ ਮੈਰੀ ਬਿਸ਼ੰਬਰ. ਬਿਸ਼ੰਬਰ ਦੇ ਨਾਲ ਵਿਆਹ ਕਰਾਉਣ ਤੋਂ ਕਿਹਨੇ ਮਨਾ ਕੀਤਾ ਸੀਗਾ? ਭੋਲੀ ਨੇ. ਠੀਕ ਹੈ. ਕਲੀਅਰ. ਚਲੋ ਹੁਣ ਆਪਾਂ ਇਹਦੇ ਸ਼ੋਰਟ ਨੋਟਸ ਕਰਨ ਲੱਗੇ ਆ ਬੱਚਿਓ. ਫਸਟ ਕੁਐਸਚਨ ਹੈਗਾ ਹਾਊ ਮੈਨੀ ਸਿਬਲਿੰਗਸ ਡਿਡ ਭੋਲੀ ਹੈਵ. ਭੋਲੀ ਦੇ ਕਿੰਨੇ ਭੈਣ ਭਰਾ ਸੀਗੇ? ਭੋਲੀ ਹੈਡ 6 ਸਿਬਲਿੰਗਸ. ਠੀਕ ਹੈ. 3 ਬ੍ਰਦਰ ਸੀਗੇ, 3 ਸਿਸਟਰ ਸੀਗੇ. ਠੀਕ ਹੈ. ਸ਼ੀ ਵਾਜ਼ ਦਾ ਯੰਗੈਸਟ ਅਮੰਗ ਦੈਮ. ਤੇ ਉਹ ਸਾਰਿਆਂ ਨਾਲੋਂ ਛੋਟੀ ਸੀਗੀ.
ਨੈਕਸਟ ਹੈਗਾ ਹੂ ਵਾਜ ਸੁਲੇਖਾ, ਸੁਲੇਖਾ ਕੌਣ ਸੀ? ਵਾਈ ਵਾਜ ਸ਼ੀ ਕਾਲਡ ਭੋਲੀ, ਉਹਨੂੰ ਭੋਲੀ ਕਿਉਂ ਕਹਿੰਦੇ ਸੀ? ਆਂਸਰ ਇਜ਼ ਸੁਲੇਖਾ ਵਾਜ ਭੋਲੀ। ਸੁਲੇਖਾ ਕੌਣ ਸੀ? ਸੁਲੇਖਾ ਭੋਲੀ ਸੀ, ਰਾਮਲਾਲਸ ਯੰਗੈਸਟ ਡੋਟਰ, ਜੋ ਕਿ ਰਾਮਲਾਲ ਦੀ ਛੋਟੀ ਬੇਟੀ ਸੀਗੀ। ਸ਼ੀ ਵਾਜ ਕਾਲਡ ਭੋਲੀ ਬਿਕੋਜ਼ ਆਫ ਡੈਮੇਜ ਟੂ ਹਰ ਬ੍ਰੇਨ, ਉਹਨੂੰ ਭੋਲੀ ਕਿਉਂ ਕਹਿੰਦੇ ਸੀਗੇ? ਕਿਉਂਕਿ ਉਹਦੇ ਦਿਮਾਗ ਦੇ ਵਿੱਚ ਥੋੜਾ ਜਿਹਾ ਨੁਕਸ ਬੈਠਿਆ ਹੋਇਆ ਸੀਗਾ। ਠੀਕ ਹੈ। ਸ਼ੀ ਬਿਕੇਮ ਏ ਬੈਕਵਰਡ ਚਾਈਲਡ, ਉਹ ਇੱਕ ਬੈਕਵਰਡ ਬੱਚੀ ਸੀ ਜਿਹੜੀ ਉਹ ਬਣ ਗਈ ਸੀਗੀ, ਆਪਣੇ ਦਿਮਾਗ ਦੇ ਥੋੜੇ ਨੁਕਸਾਨ ਹੋ ਗਿਆ ਸੀ ਜਿਹੜੇ ਉਹਦੇ ਦਿਮਾਗ ਦਾ, ਉਸ ਦੇ ਕਾਰਨ। ਠੀਕ ਹੈ। ਥਰਡ ਹੈਗਾ ਵਟ ਵਾਜ਼ ਦਾ ਇਫੈਕਟ ਆਫ ਸਮਾਲ ਪੋਕਸ ਔਨ ਭੋਲੀ, ਭੋਲੀ ਦੇ ਉੱਪਰ ਸਮਾਲ ਪੋਕਸ ਦਾ ਕੀ ਇਫੈਕਟ ਪਿਆ? ਹਰ ਬੋਡੀ ਵਾਜ਼ ਪਰਮਾਨੈਂਟਲੀ ਡਿਸਫਿਗਰਡ, ਉਹਦੀ ਜਿਹੜੀ ਸਾਰੀ ਬੋਡੀ ਸੀਗੀ ਉਹ ਹਮੇਸ਼ਾ ਦੇ ਲਈ ਕੀ ਹੋ ਗਈ ਸੀਗੀ? ਡਿਸਫਿਗਰ ਹੋ ਗਈ ਸੀਗੀ, ਬੇਢੰਗੀ ਹੋ ਗਈ ਸੀਗੀ। ਠੀਕ ਹੈ। ਨੈਕਸਟ ਕੁਐਸਚਨ ਹੈਗਾ ਵਾਈ ਡਿਡ ਚਿਲਡਰਨ ਮੇਕ ਫਨ ਆਫ ਭੋਲੀ, ਬੱਚੇ ਭੋਲੀ ਦਾ ਮਜ਼ਾਕ ਕਿਉਂ ਉਡਾਉਂਦੇ ਸੀਗੇ? ਚਿਲਡਰਨ ਮੇਕ ਫਨ ਆਫ ਭੋਲੀ ਬਿਕੋਜ਼ ਆਫ ਹਰ ਸਟੈਮਰਿੰਗ, ਕਿਉਂਕਿ ਜਦੋਂ ਉਹ ਕਲਾ ਕੇ ਬੋਲਦੀ ਸੀਗੀ ਉਸ ਚੀਜ਼ ਦਾ ਬੱਚੇ ਕੀ ਕਰਦੇ ਸੀਗੇ? ਮਜ਼ਾਕ ਬਣਾਉਂਦੇ ਸੀਗੇ। ਨੈਕਸਟ ਕੁਐਸਚਨ ਵਾਈ ਵਾਜ਼ ਰਾਮਲਾਲ ਵਰੀਡ ਅਬਾਊਟ ਭੋਲੀ, ਰਾਮਲਾਲ ਭੋਲੀ ਬਾਰੇ ਚਿੰਤਿਤ ਕਿਉਂ ਸੀਗਾ? He was worried about Bholi because she had neither good looks nor intelligence for getting married. ਵਿਆਹ ਕਰਾਉਣ ਦੇ ਲਈ ਭੋਲੀ ਨਾ ਤਾਂ ਸੋਹਣੀ ਸੀਗੀ ਤੇ ਨਾ ਹੀ ਇੰਟੈਲੀਜੈਂਟ ਸੀਗੀ, ਇਸ ਕਰਕੇ ਰਾਮ ਲਾਲ ਚਿੰਤਿਤ ਸੀਗਾ। ਠੀਕ ਹੈ। ਨੈਕਸਟ ਕੁਐਸਚਨ ਹੈਗਾ ਆਪਣਾ, ਨੈਕਸਟ ਕੁਐਸਚਨ ਹੈਗਾ ਵਾਈ ਡਿਡ ਦ ਤਹਿਸੀਲਦਾਰ ਕਮ ਟੂ ਦ ਵਿਲੇਜ, ਤਹਿਸੀਲਦਾਰ ਵਿਲੇਜ ਦੇ ਵਿੱਚ ਕਿਉਂ ਆਇਆ? He came to the village to perform the opening ceremony of the primary school, ਕਿਉਂ ਆਇਆ ਸੀ? ਪ੍ਰਾਇਮਰੀ ਸਕੂਲ ਦੀ ਜਿਹੜੀ ਸੈਰੇਮਨੀ ਸੀਗੀ, ਉਦਘਾਟਨ ਦੀ ਰਸਮ ਸੀ, ਉਹ ਕਰਨ ਲਈ ਆਇਆ ਸੀਗਾ। ਠੀਕ ਹੈ। ਨੈਕਸਟ ਹੈਗਾ ਵਾਈ ਡਿਡ ਤਹਿਸੀਲਦਾਰ ਵਾਂਟ ਰਾਮ ਲਾਲ ਟੂ ਸੈਂਡ ਹਿਜ਼ ਡਾਟਰਸ ਟੂ ਦਾ ਸਕੂਲ, ਤਹਿਸੀਲਦਾਰ ਕਿਉਂ ਚਾਹੁੰਦਾ ਸੀਗਾ ਕਿ ਰਾਮ ਲਾਲ ਆਪਣੀ ਬੱਚਿਆਂ ਨੂੰ ਸਕੂਲ ਭੇਜੇ? ਆਂਸਰ ਇਜ਼ ਹੀ ਵਾਂਟਡ Ramlal to do this as he must set an example to the villagers, being an agent of the government in the village, ਕਿਉਂਕਿ ਉਹ ਚਾਹੁੰਦਾ ਸੀਗਾ ਕਿ ਰਾਮ ਲਾਲ ਆਪਣੀ ਬੱਚਿਆਂ ਨੂੰ ਸਕੂਲ ਭੇਜ ਕੇ ਪਿੰਡ ਵਾਲਿਆਂ ਦੇ ਸਾਹਮਣੇ ਕੀ ਹੈ? ਇੱਕ ਐਗਜ਼ਾਮਪਲ ਪੇਸ਼ ਕਰੇ ਕਿ ਉਹ ਗਵਰਨਮੈਂਟ ਦਾ ਇੱਕ ਏਜੰਟ ਹੈ। Our next question is why was Ramlal's wife agree to send Bholi but not other daughters to school, ਕਹਿੰਦੇ ਰਾਮਲਾਲ ਦੀ ਜਿਹੜੀ ਵਾਈਫ ਸੀਗੀ ਉਹ ਭੋਲੀ ਨੂੰ ਤਾਂ ਸਕੂਲ ਭੇਜਣ ਲਈ ਤਿਆਰ ਹੋ ਗਈ। ਠੀਕ ਹੈ। ਬਟ ਬਾਕੀ ਲੜਕੀਆਂ ਨੂੰ ਨਹੀਂ ਭੇਜਦੀ ਸੀਗੀ, ਅਜਿਹਾ ਕਿਉਂ? ਆਂਸਰ ਇਜ਼ ਸ਼ੀ ਐਗਰੀਡ ਟੂ ਸੈਂਡ ਭੋਲੀ ਟੂ ਸਕੂਲ ਬਿਕੋਜ਼, ਉਹ ਭੋਲੀ ਨੂੰ ਸਕੂਲ ਭੇਜਣ ਦੇ ਲਈ ਤਿਆਰ ਹੋ ਗਈ ਕਿਉਂਕਿ she had no chance of getting married with her ugly face and lack of sense, ਕਿਉਂਕਿ ਉਹਦਾ ਵਿਆਹ ਕਰਾਉਣ ਦਾ ਕੋਈ ਚਾਂਸ ਨਹੀਂ ਸੀਗਾ ਉਹਦੇ ਬਦਸੂਰਤ ਫੇਸ ਦੇ ਨਾਲ, ਚਿਹਰੇ ਦੇ ਨਾਲ ਅਤੇ ਲੈਕ ਆਫ ਸੈਂਸ ਦੇ ਨਾਲ ਤੇ ਅਕਲ ਦੀ ਘਾਟ ਦੇ ਕਾਰਨ। ਠੀਕ ਹੈ। ਬਟ ਅਦਰ ਬਿਊਟੀਫੁਲ ਡਾਟਰਸ had no chance of getting married if they went to school, ਪਰ ਦੂਜੀ ਲੜਕੀਆਂ ਨੂੰ ਜੇ ਉਹ ਸਕੂਲ ਭੇਜਦੀ ਤਾਂ ਉਹਨਾਂ ਦੇ ਵਿਆਹ ਕਰਾਉਣ ਦਾ ਚਾਂਸ ਖਤਮ ਹੋ ਜਾਣਾ ਸੀ। ਠੀਕ ਹੈ, ਸਮਝ ਆਈ? ਨਾਈਨਥ ਕੁਐਸਚਨ ਇਜ਼ ਵਾਈ ਵਾਜ਼ ਭੋਲੀ ਗਲੈਡ ਟੂ ਸੀ ਸੋ ਮੈਨੀ ਗਰਲਸ ਆਫ ਹਰ ਓਨ ਏਜ ਐਟ ਸਕੂਲ, ਭੋਲੀ ਸਕੂਲ ਦੇ ਵਿੱਚ ਆਪਣੇ ਹਾਣ ਦੀਆਂ ਬਹੁਤ ਸਾਰੀਆਂ ਲੜਕੀਆਂ ਨੂੰ ਵੇਖ ਕੇ ਖੁਸ਼ ਕਿਉਂ ਹੋਈ? ਆਂਸਰ ਇਜ਼ ਸ਼ੀ ਵਾਜ਼ ਗਲੈਡ, ਉਹ ਖੁਸ਼ ਇਸ ਲਈ ਹੋਈ ਬਿਕੋਜ਼, ਕਿਉਂਕਿ ਸ਼ੀ ਹੋਪਡ ਦੈਟ, ਕਿਉਂਕਿ ਉਹਨੂੰ ਆਸ ਸੀ। ਕਾਹਦੀ ਆਸ ਸੀ? ਕਿ ਵਨ ਆਫ ਦੀਜ਼ ਗਰਲਸ ਵੁੱਡ ਬਿਕਮ ਹਰ ਫਰੈਂਡ, ਕਿ ਇਹਨਾਂ ਲੜਕੀਆਂ ਦੇ ਵਿੱਚੋਂ ਕੋਈ ਨਾ ਕੋਈ ਉਹਦੀ ਦੋਸਤ ਹੈ ਜਿਹੜੀ ਉਹ ਜ਼ਰੂਰ ਬਣ ਜਾਵੇਗੀ। ਠੀਕ ਹੈ, ਸਮਝ ਲੱਗੀ? ਨੈਕਸਟ ਕੁਐਸਚਨ ਇਜ਼ what happened when the teacher asked Bholi her name, ਕੀ ਹੋਇਆ ਜਦੋਂ ਟੀਚਰ ਨੇ ਭੋਲੀ ਤੋਂ ਉਸਦਾ ਨਾਮ ਪੁੱਛਿਆ? ਕੀ ਹੋਇਆ ਸੀ? ਭੋਲੀ ਕੀ ਕਰਨ ਲੱਗ ਪਈ ਸੀ?
भो करके अपना नाम दसन लग पई सी ना। शी स्टैमर्ड हर नेम भो। ठीक है, उन्हें अपना नाम भो करके हकलाउंदे हुए दसिया। नैक्सट हैगा, हाँ जी, नैक्सट क्वेश्चन इज 11th, सॉरी 11th। Why did Bholi's parents agree to Bishambar's proposal of marriage for Bholi? ਭੋਲੀ ਦੇ ਜੋ ਪੇਰੈਂਟਸ ਸੀਗੇ ਉਹ ਬਿਸ਼ੰਬਰ ਦਾ ਪ੍ਰਪੋਜ਼ਲ ਸੀ ਜਿਹੜਾ ਮੈਰਿਜ ਦਾ ਭੋਲੀ ਦੇ ਲਈ, ਉਹਦੇ ਲਈ ਤਿਆਰ ਹੋ ਗਏ। ਉਹ ਕਿਉਂ ਹੋ ਗਏ, ਕਿਉਂ ਤਿਆਰ ਹੋ ਗਏ ਸੀਗੇ? ਦੇ ਐਗਰੀਡ ਦਾ ਪ੍ਰਪੋਜ਼ਲ ਫੀਅਰਿੰਗ, ਉਹ ਡਰਦੇ, ਇਸ ਡਰ ਦੇ ਕਾਰਨ ਤਿਆਰ ਹੋ ਗਏ ਸੀਗੇ। ਇਫ ਦੇ ਡਿਡ ਨੋਟ ਐਕਸੈਪਟ ਇਟ, ਜੇ ਉਹ ਇਹਨੂੰ ਸਵੀਕਾਰ ਨਹੀਂ ਕਰਨਗੇ, ਸ਼ੀ ਵਿਲ ਰਿਮੇਨ ਅਨਮੈਰਿਡ ਆਲ ਹਰ ਲਾਈਫ, ਤਾਂ ਉਹਨਾਂ ਨੂੰ ਡਰ ਸੀਗਾ ਕਿ ਉਹ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਕੁਆਰੀ ਰਹਿ ਜਾਵੇਗੀ। ਠੀਕ ਹੈ, ਇਸ ਡਰ ਦੇ ਕਾਰਨ ਉਹਨਾਂ ਨੇ ਜਿਹੜਾ ਬਿਸ਼ੰਬਰ ਦਾ ਮੈਰਿਜ ਪ੍ਰਪੋਜ਼ਲ ਸੀਗਾ ਭੋਲੀ ਦੇ ਲਈ ਉਹ ਐਕਸੈਪਟ ਕੀਤਾ। ਠੀਕ ਹੈ, 12th question is, how did ਬਿਸ਼ੰਬਰ come to wed ਭੋਲੀ? ਬਿਸ਼ੰਬਰ ਭੋਲੀ ਨੂੰ ਵਿਆਹਣ ਆਇਆ ਜਦੋਂ, ਉਹ ਕਿਵੇਂ ਆਇਆ ਸੀਗਾ, ਕਿਸ ਤਰ੍ਹਾਂ ਆਇਆ ਸੀਗਾ? He came to wed Bholi with a big party of friends and relatives. ਕਿਵੇਂ ਆਇਆ ਸੀ? ਇੱਕ ਆਪਣੀ ਦੋਸਤਾਂ ਦੀ ਅਤੇ ਰਿਸ਼ਤੇਦਾਰਾਂ ਦੀ ਬਹੁਤ ਵੱਡੀ ਪਾਰਟੀ ਲੈ ਕੇ ਆਇਆ ਸੀਗਾ। ਠੀਕ ਹੈ, ਉਹਨੇ ਡੈਕੋਰੇਟਡ ਹੋਰਸ ਤੇ ਇੱਕ ਸਜੇ ਹੋਏ ਘੋੜੇ ਤੇ ਸਵਾਰ ਸੀਗਾ, ਲੈਡ ਬਾਈ ਅ ਬੈਂਡ, ਤੇ ਇੱਕ ਬੈਂਡ ਵੀ ਲੈ ਕੇ ਆਇਆ ਸੀ ਨਾਲ। ਠੀਕ ਹੈ, ਕਲੀਅਰ? ਵਾਈ ਡਿਡ ਬਿਸ਼ੰਬਰ ਡਿਮਾਂਡ 5000 rupees as dowry? ਬਿਸ਼ੰਬਰ ਨੇ ਐਜ਼ ਏ ਡੋਰੀ 5000 rupees ਦੀ ਡਿਮਾਂਡ ਕਿਉਂ wanted 5000 rupees as dowry as his would-be wife Bholi had pox marks on her face? ਉਹਨੇ 5000 ਰੁਪਏ ਦਹੇਜ ਦੇ ਵਿੱਚ ਇਸ ਲਈ ਮੰਗੇ ਕਿਉਂਕਿ ਉਹਦੀ ਜਿਹੜੀ ਹੋਣ ਵਾਲੀ ਵਾਈਫ ਸੀ, ਵੁੱਡ ਬੀ ਵਾਈਫ ਮਤਲਬ ਹੋਣ ਵਾਲੀ ਵਾਈਫ ਭੋਲੀ ਦੇ ਚਿਹਰੇ ਉੱਪਰ ਕੀ ਸੀਗੇ? ਪੋਕ ਮਾਰਕਸ ਸੀਗੇ। ਠੀਕ ਹੈ, 14th, ਵਾਈ ਡਿਡ ਭੋਲੀ ਰਿਫਿਊਜ਼ ਟੂ ਮੈਰੀ ਬਿਸ਼ੰਬਰ? ਭੋਲੀ ਨੇ ਬਿਸ਼ੰਬਰ ਦੇ ਨਾਲ ਵਿਆਹ ਕਰਨ ਤੋਂ ਮਨਾ ਕਿਉਂ ਕਰ ਦਿੱਤਾ? ਸ਼ੀ ਰਿਫਿਊਜ਼ ਬਿਕੋਜ਼ ਸ਼ੀ ਡਿਡ ਨਾਟ ਵਾਂਟ ਟੂ ਮੈਰੀ ਅ ਮੀਨ, ਗ੍ਰੀਡੀ ਐਂਡ ਹੇਟਫੁਲ ਕੁਆਰਡ ਐਜ਼ ਬਿਸ਼ੰਬਰ। ਉਹਨੇ ਇਸ ਕਰਕੇ ਮਨਾ ਕਰ ਦਿੱਤਾ ਕਿਉਂਕਿ ਉਹ ਬਿਸ਼ੰਬਰ ਵਰਗੇ ਕਮੀਨੇ, ਮੀਨ ਹੁੰਦਾ ਕਮੀਨਾ, ਗ੍ਰੀਡੀ ਲਾਲਚੀ, ਐਂਡ ਹੇਟਫੁਲ ਕੁਆਰਡ ਤੇ ਨਫ਼ਰਤ ਭਰੇ ਕਾਇਰ, ਨਫ਼ਰਤ ਵਾਲੇ ਤੇ ਇੱਕ ਕਾਇਰ ਇਨਸਾਨ ਦੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੇ ਸੀ। ਠੀਕ ਹੈ, ਸਮਝ ਲੱਗੀ? ਇਹ ਆਪਣੇ ਸ਼ੋਰਟ ਨੋਟਸ ਕੰਪਲੀਟ ਹੋ ਗਏ। ਹੁਣ ਆਪਾਂ ਲੌਂਗ ਕੁਐਸਚਨ ਆਨਸਰਸ ਨੇ ਜਿਹੜੇ ਉਹ ਸਟਾਰਟ ਕਰਨ ਲੱਗੇ ਹਾਂ। ਠੀਕ ਹੈ, ਫਸਟ ਕੁਐਸਚਨ ਹੈਗਾ, ਡਿਸਕ੍ਰਾਈਬ ਇਨ ਬਰੀਫ ਦ ਅਰਲੀ ਚਾਈਲਡਹੁੱਡ ਆਫ ਭੋਲੀ। ਭੋਲੀ ਦਾ ਜਿਹੜਾ ਪਹਿਲਾ ਸ਼ੁਰੂਆਤ ਵਾਲਾ ਬਚਪਨ ਸੀਗਾ ਉਹਦੇ ਬਾਰੇ ਆਪਾਂ ਸੰਖੇਪ 'ਚ ਲਿਖਣਾ ਹੈ। ਠੀਕ ਹੈ, ਆਨਸਰ ਇਜ਼, ਭੋਲੀ ਇਜ਼ ਅ ਮੇਨ ਕਰੈਕਟਰ ਆਫ ਦ ਸਟੋਰੀ ਨੇਮਡ ਭੋਲੀ ਰਿਟਨ ਬਾਏ K.A. ਅਬਾਸ। ਸਭ ਤੋਂ ਪਹਿਲੀ ਲਾਈਨ ਆਪਾਂ ਇਹੀ ਲਿਖਦੇ ਹਾਂ ਕਿ ਇਹ ਜਿਹੜਾ ਕਰੈਕਟਰ ਹੈ ਕਿਸ ਲੈਸਨ 'ਚੋਂ ਲਿਆ ਗਿਆ ਤੇ ਇਹ ਲੈਸਨ ਕਿਹਨੇ ਲਿਖਿਆ। ਠੀਕ ਹੈ, ਇਹ ਜਿਹੜੀ ਭੋਲੀ ਹੈ ਉਹ ਭੋਲੀ ਨਾਮ ਦੀ ਜਿਹੜੀ ਸਟੋਰੀ ਹੈ ਉਸ ਦੀ ਮੇਨ ਕਰੈਕਟਰ ਹੈ। ਇਹ ਭੋਲੀ ਜਿਹੜਾ ਚੈਪਟਰ ਹੈ ਕਿਹਨੇ ਲਿਖਿਆ? K.A. ਅਬਾਸ ਨੇ। ਠੀਕ ਹੈ, ਹਰ ਰੀਅਲ ਨੇਮ ਵਾਜ਼ ਸੁਲੇਖਾ, ਉਹਦਾ ਅਸਲੀ ਨਾਮ ਸੁਲੇਖਾ ਹੈ, ਸੁਲੇਖਾ ਸੀ। ਸ਼ੀ ਵਾਜ਼ ਦ ਯੰਗੈਸਟ ਡਾਟਰ ਆਫ ਨੰਬਰਦਾਰ ਰਾਮ ਲਾਲ। ਉਹ ਨੰਬਰਦਾਰ ਰਾਮ ਲਾਲ ਸੀ ਜਿਹੜਾ ਉਹਦੀ ਸਭ ਤੋਂ ਛੋਟੀ ਬੇਟੀ ਸੀਗੀ। ਸ਼ੀ ਹੈਡ 6 siblings, ਉਹਦੇ 6 ਭੈਣ ਭਰਾ ਸੀ, 3 brothers and 3 sisters. All her brothers and sisters were healthy and strong. ਉਹਦੇ ਸਾਰੇ ਭੈਣ ਭਰਾ ਸੀ ਜਿਹੜੇ ਤਾਕਤਵਰ ਸੀਗੇ, ਹੈਲਦੀ ਸੀ ਤੇ ਸਟਰੋਂਗ ਸੀਗੇ। ਠੀਕ ਹੈ, ਬਟ ਸ਼ੀ ਵਾਜ਼ ਨੋਟ ਲਾਈਕ them, ਪਰ ਉਹ ਉਹਨਾਂ ਵਰਗੀ ਨਹੀਂ ਸੀ। ਬਟ ਸ਼ੀ ਡਿਡ ਨਾਟ ਲਾਈਕ them, ਬਟ ਉਹ ਉਹਨਾਂ ਵਰਗੀ ਨਹੀਂ ਸੀ। ਐਟ ਬਰਥ ਸ਼ੀ ਵਾਜ਼ ਵੈਰੀ ਪ੍ਰੀਟੀ ਐਂਡ ਫੇਅਰ। ਬਰਥ ਸਮੇਂ ਜਨਮ ਸਮੇਂ ਉਹ ਬਹੁਤ ਹੀ ਪ੍ਰੀਟੀ ਐਂਡ ਫੇਅਰ ਸੀ, ਬਹੁਤ ਹੀ ਸੋਹਣੀ ਤੇ ਸਾਫ਼ ਸੀ।
ਵੈਨ ਸ਼ੀ ਵਾਜ਼ 10 months old, ਜਦੋਂ ਉਹ 10 ਮਹੀਨਿਆਂ ਦੀ ਹੋਈ, she had fallen off the cot on her head, ਉਹ ਸਿਰ ਦੇ ਭਾਰ ਪੰਜੇ ਤੋਂ ਡਿੱਗ ਗਈ, and one part of her brain was damaged, ਤੇ ਉਹਦੇ ਬ੍ਰੇਨ ਦਾ ਇੱਕ ਹਿੱਸਾ ਸੀ ਜਿਹੜਾ ਉਹ ਡੈਮੇਜ ਹੋ ਗਿਆ। ਠੀਕ ਹੈ। she became a mentally retarded child, mentally retarded ਹੁੰਦਾ backward child, ਠੀਕ ਹੈ, ਉਹ backward child ਬਣ ਗਈ, ਠੀਕ ਹੈ, ਬੱਚੀ ਬਣ ਗਈ। ਸੋ ਸ਼ੀ ਵਾਜ਼ ਕਾਲਡ ਭੋਲੀ, ਇਸ ਕਰਕੇ ਉਹਨੂੰ ਭੋਲੀ ਕਹਿਣ ਲੱਗ ਪਏ। ਦਾ ਸਿੰਪਲਟਨ, ਬਿਲਕੁਲ ਸਿੰਪਲ। ਠੀਕ ਹੈ। ਐਟ ਦਾ ਏਜ ਆਫ 2 ਸਾਲ ਦੀ ਹੋਈ ਜਦੋਂ ਉਹ, ਸ਼ੀ ਹੈਡ ਐਨ ਅਟੈਕ ਆਫ ਸਮਾਲ ਪੋਕਸ, ਉਹਦੇ ਕਾਹਦਾ ਅਟੈਕ ਹੋ ਗਿਆ? ਸਮਾਲ ਪੋਕਸ ਦਾ। ਠੀਕ ਹੈ। ਹਰ ਆਈਜ਼ ਵਰ ਸੇਫ, ਉਹਦੀਆਂ ਅੱਖਾਂ ਸੁਰੱਖਿਅਤ ਰਹੀਆਂ, ਬਟ ਦਾ ਇੰਟਾਇਰ ਬੋਡੀ ਗॉट ਪਰਮਾਨੈਂਟਲੀ ਡਿਸਫਿਗਰਡ ਬਾਈ ਡੀ ਬਲੈਕ ਪੋਕਸ ਮਾਰਕਸ, ਉਹਦੀ ਜਿਹੜੀ ਸਾਰੀ ਬੋਡੀ ਸੀਗੀ ਉਹ ਡਿਸਫਿਗਰ ਹੋ ਗਈ, ਮਤਲਬ ਬੇਢੰਗੀ ਜਿਹੀ ਹੋ ਗਈ ਇਹਨਾਂ ਗਹਿਰੇ ਕਾਲੇ ਜਿਹੜੇ ਪੋਕਸ ਮਾਰਕਸ ਸੀਗੇ ਉਹਨਾਂ ਦੇ ਕਾਰਨ। ਸ਼ੀ ਸਟੈਮਰਡ ਵਾਈਲ ਸਪੀਕਿੰਗ, ਉਹ ਜਦੋਂ ਬੋਲਦੀ ਤਾਂ ਉਹ ਹਕਲਾਉਂਦੀ ਸੀਗੀ। ਠੀਕ ਹੈ। ਬਟ ਵੈਨ ਸ਼ੀ ਵਾਜ਼ ਸੈਂਟ ਟੂ ਸਕੂਲ, ਪਰ ਜਦੋਂ ਉਹਨੂੰ ਸਕੂਲ ਭੇਜ ਦਿੱਤਾ ਗਿਆ, ਹਰ ਲਾਈਫ ਵਾਜ਼ ਟੋਟਲੀ ਚੇਂਜਡ, ਉਹਦੀ ਜਿਹੜੀ ਜ਼ਿੰਦਗੀ ਸੀਗੀ ਉਹ ਸਾਰੀ ਦੀ ਸਾਰੀ ਬਦਲ ਗਈ। ਹਰ ਟੀਚਰ ਵਾਜ਼ ਵੈਰੀ ਕਾਇੰਡ, ਉਹਦੀ ਜਿਹੜੀ ਟੀਚਰ ਸੀਗੀ ਬਹੁਤ ਹੀ ਦਇਆਲੂ ਸੀਗੀ। ਸ਼ੀ ਐਨਕਰੇਜਡ ਹਰ ਐਂਡ ਸਪੀਕ ਵਿਦ ਕੌਨਫੀਡੈਂਸ, ਅਤੇ ਉਹਦੀ ਜਿਹੜੀ ਟੀਚਰ ਸੀਗੀ ਉਹਨੇ ਉਹਨੂੰ ਐਨਕਰੇਜ ਕੀਤਾ ਕਿ ਉਹ ਪੜ੍ਹੇ ਅਤੇ ਬੋਲੇ ਵਿਦ ਕੌਨਫੀਡੈਂਸ ਦੇ ਨਾਲ, ਆਤਮ ਵਿਸ਼ਵਾਸ ਦੇ ਨਾਲ। ਸ਼ੀ ਮੇਡ ਹਰ ਸਪੀਕ ਵਿਦਾਊਟ ਸਟੈਮਰ, ਉਹਨੇ ਉਹਨੂੰ ਇਸ ਯੋਗ ਬਣਾਇਆ ਤਾਂ ਕਿ ਉਹ ਬਿਨਾਂ ਹਕਲਾ ਕੇ ਬੋਲ ਸਕੇ। ਕਲੀਅਰ? ਆ ਉਹਦੀ ਅਰਲੀ ਲਾਈਫ ਸੀਗੀ। ਨਾਓ ਰਾਈਟ ਡਾਊਨ ਦਾ ਕਰੈਕਟਰ ਸਕੈਚ ਆਫ ਭੋਲੀਜ਼ ਟੀਚਰ। ਹੁਣ ਆਪਾਂ ਭੋਲੀ ਦੀ ਟੀਚਰ ਦਾ ਕਰੈਕਟਰ ਸਕੈਚ ਦੇਖਦੇ ਆਂਗੇ, ਕੀ ਹੈ ਉਹਦਾ ਕਰੈਕਟਰ ਸਕੈਚ, ਕਿਸ ਤਰ੍ਹਾਂ ਦੀ ਹੈ। ਠੀਕ ਹੈ। ਆਂਸਰ ਇਜ਼ ਭੋਲੀਜ਼ ਟੀਚਰ was a kind lady who plays an important role in Bholi's life। ਭੋਲੀ ਦੀ ਟੀਚਰ ਹੈ ਜਿਹੜੀ ਬਹੁਤ ਹੀ ਦਇਆਲੂ ਲੇਡੀ ਹੈ, ਜਿਹਨੇ ਭੋਲੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਪਲੇ ਕੀਤਾ। ਵੈਨ ਭੋਲੀ ਵੈਂਟ ਟੂ ਸਕੂਲ ਫਾਰ ਦਾ ਫਸਟ ਟਾਈਮ, ਜਦੋਂ ਭੋਲੀ ਨੂੰ ਸਕੂਲ ਦੇ ਵਿੱਚ ਪਹਿਲੀ ਵਾਰ ਭੇਜਿਆ ਗਿਆ, she saw many girls and got confused, ਉਹ ਬਹੁਤ ਸਾਰੀ ਲੜਕਿਆਂ ਨੂੰ ਉਹਨੇ ਦੇਖਿਆ। ਠੀਕ ਹੈ। ਐਂਡ ਗੋਟ ਕਨਫਿਊਜ਼, ਤੇ ਉਹ ਕਨਫਿਊਜ਼ਡ ਹੋ ਗਈ। ਵੈਨ ਦਾ ਟੀਚਰ ਆਸਕਡ ਹਰ ਨੇਮ, ਜਦੋਂ ਟੀਚਰ ਨੇ ਉਹਦਾ ਨਾਮ ਪੁੱਛਿਆ, ਸ਼ੀ ਸਟੈਮਰਡ, ਉਹ ਹਕਲਾਈ, ਐਂਡ ਸੈਡ, ਅਤੇ ਕਿਹਾ ਭੋ ਭੋ ਭੋ। ਠੀਕ ਹੈ। ਸ਼ੀ ਬਿਗੇਨ ਟੂ ਵੀਪ, ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਬਟ ਦਾ ਕਾਇੰਡ ਹਾਰਟਡ ਟੀਚਰ ਐਨਕਰੇਜਡ ਹਰ, ਪਰ ਜਿਹੜੀ ਉਹਦੀ ਦਇਆਲੂ ਦਿਲ ਵਾਲੀ ਅਧਿਆਪਕ ਸੀਗੀ ਐਂਡ ਉਹਨੂੰ ਹੌਸਲਾ ਦਿੱਤਾ। ਟੂ ਸਟੱਡੀ ਐਂਡ ਸਪੀਕ ਵਿਦ ਕੌਨਫੀਡੈਂਸ, ਉਹ ਆਤਮ ਵਿਸ਼ਵਾਸ ਦੇ ਨਾਲ ਪੜ੍ਹੇ ਅਤੇ ਬੋਲੇ। ਸ਼ੀ ਇੰਸਪਾਇਰਡ ਹਰ, ਉਹਨੇ ਉਹਦੀ ਪ੍ਰਸ਼ੰਸਾ ਕੀਤੀ। ਐਂਡ ਗੇਵ ਹਰ ਕੌਨਫੀਡੈਂਸ, ਉਹਨੂੰ ਕੌਨਫੀਡੈਂਸ ਦਿੱਤਾ, ਵਿਸ਼ਵਾਸ ਦਿਵਾਇਆ। ਸ਼ੀ ਮੇਡ ਹਰ ਸਪੀਕਿੰਗ ਵਿਦਾਊਟ ਸਟੈਮਰ, ਉਹਨੇ ਉਹਨੂੰ ਬਿਨਾਂ ਹਕਲਾ ਕੇ ਬੋਲਣਾ ਸਿਖਾਇਆ। ਸ਼ੀ ਟੌਟ ਹਰ ਟੂ ਫੇਸ ਲਾਈਫ ਬੋਲਡਲੀ, ਉਹਨੇ ਉਹਨੂੰ ਲਾਈਫ ਨੂੰ, ਜ਼ਿੰਦਗੀ ਨੂੰ ਬਹਾਦਰੀ ਦੇ ਨਾਲ ਫੇਸ ਕਰਨਾ ਸਿਖਾਇਆ। ਨਾਓ ਭੋਲੀ ਲਰਨ ਟੂ ਫਾਈਟ ਅਗੇਂਸਟ ਸੋਸ਼ਲ ਇਵਲਸ, ਅਤੇ ਹੁਣ ਭੋਲੀ ਸੀ ਜਿਹੜੀ ਉਹ ਸਮਾਜਿਕ ਬੁਰਾਈਆਂ ਦੇ ਵਿਰੁੱਧ ਲੜਨ ਦੇ ਲਈ ਤਿਆਰ ਹੋ ਗਈ ਸੀ, ਲੜਨਾ ਸਿੱਖ ਗਈ ਸੀ। ਐਟ ਦਾ ਟਾਈਮ ਆਫ ਹਰ ਮੈਰਿਜ, ਜਦੋਂ ਉਹਦੀ ਮੈਰਿਜ ਦਾ ਟਾਈਮ ਸੀਗਾ, ਸ਼ੀ ਰਿਫਿਊਜ਼ਡ ਟੂ ਮੈਰੀ ਬਿਸ਼ੰਬਰ, ਉਹਨੇ ਬਿਸ਼ੰਬਰ ਦੇ ਨਾਲ ਵਿਆਹ ਕਰਾਉਣ ਤੋਂ ਮਨਾ ਕਰ ਦਿੱਤਾ। ਬਿਕੋਜ਼ ਸ਼ੀ ਵਾਜ਼ ਗ੍ਰੀਡੀ ਐਂਡ ਇਨਹਿਊਮਨ, ਕਿਉਂਕਿ ਉਹ ਗ੍ਰੀਡੀ ਸੀਗਾ, ਲਾਲਚੀ ਸੀ, ਅਤੇ ਇਨਹਿਊਮਨ ਸੀਗਾ। ਇੱਥੇ ਬੱਚਿਓ ਐਂਡ ਆਏਗਾ, ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਥੋੜ੍ਹੀ ਜਿਹੀ ਮਿਸਟੇਕ ਹੋ ਗਈ ਹੈ, ਇੱਥੇ ਆਏਗਾ ਐਂਡ। ਠੀਕ ਹੈ। ਇਨ ਦਿਸ ਵੇ ਹਰ ਟੀਚਰ ਸ਼ੇਪਡ ਹਰ ਲਾਈਫ, ਇਸ ਤਰੀਕੇ ਦੇ ਨਾਲ ਉਹਦੀ ਟੀਚਰ ਨੇ ਉਹਦੀ ਜ਼ਿੰਦਗੀ ਨੂੰ ਇੱਕ ਆਕਾਰ ਦਿੱਤਾ। ਸ਼ੀ ਵਾਜ਼ ਐਨ ਆਈਡਲ ਟੀਚਰ, ਉਹ ਸੱਚਮੁੱਚ ਇੱਕ ਆਦਰਸ਼ ਅਧਿਆਪਕ ਸੀ। ਚਲੋ ਹੁਣ ਆਪਾਂ ਬਿਸ਼ੰਬਰ ਦਾ ਕਰੈਕਟਰ ਸਕੈਚ ਕਰੀਏ। ਰਾਈਟ ਡਾਊਨ ਦਾ ਕਰੈਕਟਰ ਸਕੈਚ ਆਫ ਬਿਸ਼ੰਬਰ।
Bishambar is one of the characters of the story Bholi, written by K.A. Abbas. ਬਿਸ਼ੰਬਰ ਕੀ ਹੈ? ਭੋਲੀ ਸਟੋਰੀ ਦੇ ਪਾਤਰਾਂ ਦੇ ਵਿੱਚੋਂ ਇੱਕ ਪਾਤਰ ਹੈ ਜਿਹੜੀ ਕਿ ਕੇ ਅਬਾਸ ਨੇ ਲਿਖੀ ਹੈ। ਹੀ ਵਾਜ਼ ਅ ਰਿਚ ਗਰੋਸਰ, ਉਹ ਬਹੁਤ ਅਮੀਰ ਗਰੋਸਰ ਹੈ। ਹੀ ਵਾਜ਼ ਵੈਰੀ ਗ੍ਰੀਡੀ, ਉਹ ਬਹੁਤ ਲਾਲਚੀ ਵੀ ਹੈ। ਠੀਕ ਹੈ। ਹੀ ਵਾਕਡ ਵਿਦ ਏ ਲਿੰਬ, ਉਹ ਲੰਗੜਾ ਕੇ ਚੱਲਦਾ ਹੈ। ਹੀ ਹੈਡ ਚਿਲਡਰਨ ਫਰੋਮ ਹਿਜ਼ ਅਰਲੀਅਰ ਵਾਈਫ, ਉਹਦੀ ਪਹਿਲੀ ਪਤਨੀ ਤੋਂ ਉਹਦੇ ਕੀ ਨੇ ਬੱਚੇ ਵੀ ਨੇਗੇ। ਹੀ ਗੇਵ ਪ੍ਰਪੋਜ਼ਲ ਟੂ ਮੈਰੀ ਭੋਲੀ, ਉਹਨੇ ਭੋਲੀ ਦੇ ਨਾਲ ਵਿਆਹ ਕਰਾਉਣ ਦਾ ਪ੍ਰਪੋਜ਼ਲ ਦਿੱਤਾ। ਬਟ ਐਟ ਦਾ ਟਾਈਮ ਆਫ ਮੈਰਿਜ, ਪਰ ਜਦੋਂ ਵਿਆਹ ਦਾ ਟਾਈਮ ਆਇਆ, ਵੈਨ ਹੀ ਸਾ ਦੈਟ, ਜਦੋਂ ਉਹਨੇ ਵੇਖਿਆ ਦੈਟ ਭੋਲੀਜ਼ ਫੇਸ ਵਾਜ਼ ਫੁੱਲ ਆਫ ਪੌਕਸ ਮਾਰਕਸ, ਕਿ ਭੋਲੀ ਦਾ ਜਿਹੜਾ ਚਿਹਰਾ ਹੈ ਉਹ ਪੌਕਸ ਮਾਰਕਸ ਦੇ ਨਾਲ ਭਰਿਆ ਹੋਇਆ ਹੈ। ਹੀ ਰਿਫਿਊਜ਼ਡ ਟੂ ਮੈਰੀ ਹਰ, ਤਾਂ ਉਹਨੇ ਕੀ ਕਰਤਾ, ਉਹਦੇ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ। ਹੀ ਸੈਡ ਹੀ ਵੁੱਡ ਮੈਰੀ ਹਰ, ਉਹਨੇ ਕਿਹਾ ਉਹ ਉਹਦੇ ਨਾਲ ਵਿਆਹ ਕਰਵਾਵੇਗਾ ਇਫ ਰਾਮ ਲਾਲ ਗੇਵ ਹਿਮ 5000 ਰੁਪੀਜ਼ ਐਜ਼ ਡੋਰੀ, ਜੇਕਰ ਰਾਮ ਲਾਲ ਉਹਨੂੰ ਦਹੇਜ ਦੇ ਰੂਪ ਵਿੱਚ 5000 ਰੁਪਏ ਦੇਵੇਗਾ। ਬਟ ਇਨ ਦਾ ਐਂਡ ਦੇ ਵਿੱਚ ਕੀ ਹੋਇਆ? ਭੋਲੀ ਟੌਟ ਹਿਮ ਏ ਲੈਸਨ, ਭੋਲੀ ਨੇ ਉਹਨੂੰ ਸਬਕ ਸਿਖਾਇਆ। ਕਾਹਦਾ ਸਬਕ ਸਿਖਾਇਆ? ਸ਼ੀ ਰਿਫਿਊਜ਼ਡ ਟੂ ਮੈਰੀ ਬਿਸ਼ੰਬਰ, ਉਹਨੇ ਬਿਸ਼ੰਬਰ ਦੇ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ। ਬਿਕੋਜ਼ ਸ਼ੀ ਡਿਡ ਨੋਟ ਵਾਂਟ ਅ ਮੀਨ ਗ੍ਰੀਡੀ ਐਂਡ ਇਨਹਿਊਮਨ ਪਰਸਨ ਐਜ਼ ਹਰ ਹਸਬੈਂਡ, ਕਿਉਂਕਿ ਉਹ ਨਹੀਂ ਚਾਹੁੰਦੀ ਸੀ ਇੱਕ ਕਮੀਨਾ, ਲਾਲਚੀ ਅਤੇ ਰਾਖਸ਼ ਇਨਸਾਨ ਜਿਹੜਾ ਉਹਦਾ ਹਸਬੈਂਡ ਬਣੇ। ਠੀਕ ਹੈ। ਐਂਡ ਹੀ ਹੈਡ ਟੂ ਗੋ ਬੈਕ ਵਿਦ ਐਮਟੀ ਹੈਂਡਡ ਵਿਦ ਹਿਜ਼ ਮੈਰਿਜ ਪਾਰਟੀ, ਅਤੇ ਅੰਤ ਦੇ ਵਿੱਚ ਉਹਨੂੰ ਖਾਲੀ ਹੱਥ ਵਾਪਿਸ ਜਾਣਾ ਪਿਆ ਆਪਣੀ ਮੈਰਿਜ ਪਾਰਟੀ ਦੇ ਨਾਲ। ਓਕੇ, ਤੇ ਆਈ ਹੋਪ ਤੁਹਾਨੂੰ ਇਹ ਲੈਸਨ ਦੇ ਜਿਹੜੇ ਕੁਐਸਚਨ ਆਨਸਰ ਨੇ ਸਾਰੇ ਕਲੀਅਰ ਹੋ ਗਏ ਹੋਣਗੇ। ਠੀਕ ਹੈ। ਵੈਰੀ ਸਿੰਪਲ ਲੈਂਗੁਏਜ ਦੇ ਵਿੱਚ ਤੁਹਾਨੂੰ ਇਹ ਕੁਐਸਚਨ ਆਨਸਰਸ ਨੇ ਜਿਹੜੇ ਕਲੀਅਰ ਕੀਤੇ ਨੇਗੇ। ਠੀਕ ਹੈ। ਬਾਕੀ ਚੈਪਟਰਸ ਦੇ ਕੁਐਸਚਨ ਆਨਸਰਸ ਦੇ ਲਈ ਤਾਂ ਤੁਸੀਂ ਮੇਰਾ YouTube ਚੈਨਲ ਹੈ ਜਿਹੜਾ PMG ਕਲਾਸ, ਉਹਨੂੰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ। ਓਕੇ, ਐਂਡ do these question answers on your notebook. Thank you.